ਹੈਲੋ एवरीवन सो ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਕਨੋਮਿਕਸ ਦੇ ਕੁਝ ਹੋਰ ਮਿਸਲੇਨੀਅਸ ਟੌਪਿਕਸ ਦੇਖਾਂਗੇ। ਇਹ ਐਸੇ ਟੌਪਿਕਸ ਹਨ ਜਿਨ੍ਹਾਂ ਵਿੱਚੋਂ ਕੁਐਸਚਨਸ ਆ ਜਾਂਦੇ ਨੇ। ਓਕੇ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰ ਰਹੇ ਹਾਂ ਬਾਜ਼ਲ ਨੋਰਮ ਜਾਂ ਫਿਰ ਬਾਜ਼ਲ ਅਕੋਰਡ ਦੇ ਨਾਲ। ਠੀਕ ਹੈ, ਜਿਹੜੇ ਬਾਜ਼ਲ ਨੋਰਮ ਜਾਂ ਬਾਜ਼ਲ ਅਕੋਰਡ ਹੈ ਇਹ ਬੇਸਿਕਲੀ ਇੰਟਰਨੈਸ਼ਨਲ ਬੈਂਕਿੰਗ ਰੈਗੂਲੇਸ਼ਨਸ ਹੈ ਜਿਹਨੂੰ ਕਿ ਬਾਜ਼ਲ ਕਮੇਟੀ ਜੋ ਕਿ ਬੈਂਕਿੰਗ ਸੁਪਰਵਿਜ਼ਨ ਦੇ ਉੱਪਰ ਬਣਾਈ ਗਈ ਹੈ ਉਹਦੇ ਦੁਆਰਾ ਇਸ਼ੂ ਕੀਤਾ ਜਾਂਦਾ ਹੈ। ठीक है, ਜਿਹੜੇ ਨੋਰਮਸ ਹੈ ਇੱਕ ਐਫਰਟ ਹੈ ਬੈਂਕਿੰਗ ਰੈਗੂਲੇਸ਼ਨ ਨੂੰ ਪੂਰੇ ਗਲੋਬ ਦੇ ਵਿੱਚ ਕੋਆਰਡੀਨੇਟ ਕਰਨ ਦਾ। ਠੀਕ ਹੈ, ਇਹਦਾ ਮੇਨ ਮਕਸਦ ਕੀ ਹੈ ਕਿ ਹੁਣ ਆਪਾਂ ਨੂੰ ਪਤਾ ਹੈ ਜਿਵੇਂ ਇੰਡੀਆ, ਠੀਕ ਹੈ, ਇੰਡੀਆ ਦੇ ਬੈਂਕਸ ਪੂਰੇ ਵਰਲਡ ਦੇ ਬੈਂਕ ਨਾਲ ਕਨੈਕਟਡ ਰਹਿਣ, ਉਹਨਾਂ ਦੇ ਵਿੱਚ ਆਪਸ 'ਚ ਕੋਆਰਡੀਨੇਸ਼ਨ ਰਵੇ, ਉਹਦੇ ਲਈ ਜਿਹੜੇ ਨੋਰਮਸ ਆ ਉਹ ਬਣਾਏ ਜਾਂਦੇ ਨੇ। ਓਕੇ, ਇਹਨਾਂ ਦਾ ਮੇਨ ਗੋਲ ਕੀ ਹੈ? ਸਟਰੈਂਥ ਕਰਨਾ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਨੂੰ। ਅਗਰ ਆਪਾਂ ਬਾਜ਼ਲ ਨੋਰਮਸ ਦੀ ਗੱਲ ਕਰੀਏ ਤਾਂ ਇਹ ਸੈਟ ਆਫ ਐਗਰੀਮੈਂਟ ਹੁੰਦਾ ਜੋ ਕਿ ਬਾਜ਼ਲ ਕਮੇਟੀ ਜੋ ਕਿ ਬੈਂਕਿੰਗ ਸੁਪਰਵਿਜ਼ਨ ਦੀ ਹੈ ਉਹਦੇ ਦੁਆਰਾ ਸੈੱਟ ਕੀਤਾ ਜਾਂਦਾ। ਠੀਕ ਹੈ, ਜਿਹੜੀ ਫੋਕਸ ਕਰਦੀ ਔਨ ਰਿਸਕ ਟੂ ਬੈਂਕਸ ਐਂਡ ਫਾਈਨੈਂਸ਼ੀਅਲ ਸਿਸਟਮ, ਮਤਲਬ ਇਹ ਦੇਖਦੇ ਆ ਕਿ ਕੀ ਰਿਸਕ ਨੇ ਬੈਂਕ ਤੇ ਫਾਈਨੈਂਸ਼ੀਅਲ ਸਿਸਟਮ ਨੂੰ, ਉਹ ਸਾਰੀ ਚੀਜ਼ਾਂ ਨੂੰ ਇਹ ਧਿਆਨ 'ਚ ਰੱਖਦੇ ਨੇ ਤੇ ਰੈਗੂਲੇਟ ਕਰਦੇ ਨੇ। ਉਹ ਤੋਂ ਬਾਅਦ ਬਾਜ਼ਲ ਕਮੇਟੀ ਔਨ ਬੈਂਕਿੰਗ ਸੁਪਰਵਿਜ਼ਨ, ਇਹਦਾ ਮਤਲਬ ਕੀ ਹੈ? ਸੋ ਬਾਜ਼ਲ ਕਮੇਟੀ ਔਨ ਬੈਂਕਿੰਗ ਸੁਪਰਵਿਜ਼ਨ ਇੱਕ ਪ੍ਰਾਇਮਰੀ ਗਲੋਬਲ ਸਟੈਂਡਰਡ ਹੈ ਜਿਹੜਾ ਕਿ ਬੈਂਕਿੰਗ ਦੀ ਰੈਗੂਲੇਸ਼ਨ ਦੇ ਲਈ ਸੈੱਟ ਕੀਤਾ ਗਿਆ ਤੇ ਪ੍ਰੋਵਾਈਡ ਕਰਦੀ ਹੈ ਫੋਰਮ ਫॉर ਰੈਗੂਲਰ ਕੋਆਪਰੇਸ਼ਨ ਔਨ ਬੈਂਕਿੰਗ ਸੁਪਰਵਾਈਜ਼ਰੀ ਮੈਟਰ ਫॉर ਸੈਂਟਰਲ ਬੈਂਕਸ ਆਫ ਡਿਫਰੈਂਟ ਕੰਟਰੀਜ਼। ਇਹਨੂੰ ਐਸਟੈਬਲਿਸ਼ ਕੀਤਾ ਸੀ ਸੈਂਟਰਲ ਬੈਂਕ ਗਵਰਨਰਸ ਨੇ ਆਫ ਗਰੁੱਪ ਆਫ 10 ਕੰਟਰੀਜ਼ ਇਨ 1974। ਜਿਹੜੀ ਕਮੇਟੀ ਹੈ ਉਹਨੇ ਆਪਣੀ ਮੈਂਬਰਸ਼ਿਪ ਨੂੰ ਐਕਸਟੈਂਡ ਕੀਤਾ ਐਕਸਪੈਂਡ ਕੀਤਾ 2009 ਦੇ ਵਿੱਚ ਤੇ ਫਿਰ 2014 ਦੇ ਵਿੱਚ। ਜਿਹੜੀ ਹੁਣ ਬਾਜ਼ਲ ਕਮੇਟੀ ਔਨ ਬੈਂਕਿੰਗ ਸੁਪਰਵਿਜ਼ਨ ਉਹਦੇ ਵਿੱਚ 45 ਮੈਂਬਰ ਹੈ 28 ਜੁਰੀਡਿਕਸ਼ਨਸ ਤੋਂ। ਠੀਕ ਹੈ, ਜਿਹਦੇ ਵਿੱਚ ਕਿ ਸੈਂਟਰਲ ਬੈਂਕ ਤੇ ਅਥਾਰਟੀਜ਼ ਜਿਹੜੇ ਨੇ ਉਹਦੇ ਵੀ ਇਨਕਲੂਡ ਕੀਤੇ ਹੋਏ ਨੇ ਮੈਂਬਰਸ। ਠੀਕ ਹੈ, ਤੇ ਇਹਦੀ ਰਿਸਪੌਂਸਿਬਿਲਿਟੀ ਕੀ ਹੈ? ਬੈਂਕਿੰਗ ਨੂੰ ਰੈਗੂਲੇਟ ਕਰਨਾ। ਇਹ ਪ੍ਰੋਵਾਈਡ ਕਰਦੇ ਫੋਰਮ ਤਾਂ ਕਿ ਬੈਂਕਿੰਗ ਸੁਪਰਵਾਈਜ਼ਰੀ ਮੈਟਰਸ ਦੇ ਵਿੱਚ ਕਾਰਪੋਰੇਸ਼ਨ ਰਹੇ। ਇਹਦਾ ਆਬਜੈਕਟਿਵ ਕੀ ਹੈ? ਇਨਹਾਂਸ ਕਰਨਾ ਅੰਡਰਸਟੈਂਡਿੰਗ ਆਫ ਕੀ ਸੁਪਰਵਾਈਜ਼ਰੀ ਇਸ਼ੂ ਐਂਡ ਇੰਪਰੂਵ ਦ ਕੁਆਲਿਟੀ ਆਫ ਬੈਂਕਿੰਗ ਸੁਪਰਵਿਜ਼ਨ ਵਰਲਡ ਵਾਈਡ। ਬੇਸਿਕਲੀ ਦੇਖੋ ਗੱਲ ਕੀ ਹੈ ਇਹਦੇ ਵਿੱਚ, ਅਗਰ ਆਪਾਂ ਦੇਖੀਏ ਜਿਹੜੇ ਬਾਜ਼ਲ ਨੋਰਮਸ ਨੇ ਨਾ ਉਹ ਬੈਂਕਿੰਗ ਨੂੰ ਸੁਪਰਵਾਈਜ਼ ਕਰਨ ਦੇ ਲਈ, ਬੈਂਕਿੰਗ ਕਿਹੜੀ? ਇੰਟਰਨੈਸ਼ਨਲ ਬੈਂਕਿੰਗ, ਕਿ ਸਹੀ ਤਰੀਕੇ ਨਾਲ ਕੰਮ ਹੁੰਦਾ ਰਹੇ ਬੈਂਕਸ ਦੇ ਵਿੱਚ, ਉਹਦੇ ਲਈ ਬਣਾਏ ਗਏ ਨੇ। ਸੋ ਨੈਕਸਟ ਦੇਖੋ ਕਿ ਬਾਜ਼ਲ ਨੋਰਮਸ ਬਣਾਏ ਕਿਉਂ ਗਏ ਆ। ਹੁਣ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਪਰਟੀਕੂਲਰ ਬੈਂਕ ਹੈ, ਉਹ ਬੈਂਕ ਦਾ ਕੰਮ ਕੀ ਹੁੰਦਾ? ਅਲੱਗ-ਅਲੱਗ ਲੋਕਾਂ ਨੂੰ ਲੋਨ ਦੇਣਾ। ਹੁਣ ਬੈਂਕ ਕੋਲ ਪੈਸੇ ਕਿੱਥੋਂ ਆਉਂਦੇ ਆ ਲੋਨ ਦੇਣ ਦੇ ਲਈ? ਬੈਂਕ ਉਹ ਵਾਲੇ ਪੈਸਿਆਂ ਦਾ ਵੀ ਲੋਨ ਦਿੰਦਾ ਜੋ ਕਿ ਡਿਪੋਜ਼ਿਟਰ ਆਪਣੇ ਪੈਸੇ ਬੈਂਕ 'ਚ ਜਮ੍ਹਾਂ ਕਰਵਾ ਕੇ ਜਾਂਦੇ ਆ, ਉਹਨੂੰ ਵੀ ਘੁਮਾਉਂਦਾ ਬੈਂਕ ਲੋਨ ਦੇ ਵਿੱਚ, ਤੇ ਨਾਲ ਬੈਂਕ ਮਾਰਕੀਟ 'ਚੋਂ ਵੀ ਮਨੀ ਰੇਸ ਕਰਦਾ। ਸੋ ਹਮੇਸ਼ਾ ਬੈਂਕ ਨੂੰ ਰਿਸਕ ਰਹਿੰਦਾ ਹੈ ਕਿ ਅਗਰ ਪੈਸੇ ਨਾ ਵਾਪਿਸ ਆਉਣ, ਜਿਹਨੇ ਲੋਨ ਲਿੱਤਾ ਹੈ, ਠੀਕ ਹੈ, ਉਹ ਨਾ ਰੀਪੇ ਕਰ ਪਾਏ ਤਾਂ ਕੀ ਹੋਊਗਾ। ਸੋ ਇਸ ਲਈ ਬੈਂਕ ਨੂੰ ਕੁਝ ਕੈਪੀਟਲ ਜਿਹੜੀ ਹੈਗੀ ਹੈ ਉਹ ਸਾਈਡ 'ਤੇ ਰੱਖਣੀ ਪੈਂਦੀ ਹੈ ਤਾਂ ਕਿ ਨੋਨ ਰਿਕਵਰੀ ਦਾ ਜਿਹੜਾ ਰਿਸਕ ਹੈ ਉਹਦੇ ਅਗੇਂਸਟ ਸਿਕਿਉਰਿਟੀ ਰਵੇ। ਤੇ ਜਿਹੜੀ ਬਾਜ਼ਲ ਕਮੇਟੀ ਹੈ ਉਹਨਾਂ ਨੇ ਬਾਜ਼ਲ ਨੋਰਮਸ ਬਣਾਏ ਹੈ ਤਾਂ ਕਿ ਇਹ ਰਿਸਕ ਨੂੰ ਟੈਕਲ ਕੀਤਾ ਜਾ ਸਕੇ। ਓਕੇ, ਹੁਣ ਦੇਖੋ ਇਹਦਾ ਨਾਮ ਬਾਜ਼ਲ ਨੋਰਮ ਕਿਉਂ ਪਿਆ? ਬਾਜ਼ਲ ਬੇਸਿਕਲੀ ਇੱਕ ਸਿਟੀ ਹੈ ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ, ਇਟ ਇਜ਼ ਦ ਹੈਡਕੁਆਟਰ ਆਫ ਬਿਊਰੋ ਆਫ ਇੰਟਰਨੈਸ਼ਨਲ ਸੈਟਲਮੈਂਟ ਵਿਚ ਫੋਸਟਰ ਕੋਆਪਰੇਸ਼ਨ ਅਮੰਗ ਸੈਂਟਰਲ ਬੈਂਕ ਵਿਦ ਅ ਕਾਮਨ ਗੋਲ ਆਫ ਫਾਈਨੈਂਸ਼ੀਅਲ ਸਟੈਬਿਲਿਟੀ ਐਂਡ ਕਾਮਨ ਸਟੈਂਡਰਡਸ ਆਫ ਬੈਂਕਿੰਗ ਰੈਗੂਲੇਸ਼ਨ। ਇਹਨੂੰ ਕਦੋਂ ਫਾਊਂਡ ਕੀਤਾ ਗਿਆ ਸੀ? 1930 ਦੇ ਵਿੱਚ। ਜਿਹੜੀ ਬਾਜ਼ਲ ਕਮੇਟੀ ਹੈ ਬੈਂਕਿੰਗ ਸੁਪਰਵਿਜ਼ਨ ਦੇ ਵਿੱਚ, ਉਹ BIS ਆਫਿਸ ਜੋ ਬਾਜ਼ਲ 'ਚ ਹੈ ਸਵਿਟਜ਼ਰਲੈਂਡ ਦੇ ਵਿੱਚ, ਉੱਥੇ ਹੈਗੀ ਹੈ। ਓਕੇ, ਉਹ ਤੋਂ ਬਾਅਦ ਹੁਣ ਬਾਜ਼ਲ ਨੋਰਮਸ ਕੀ ਹੈ? ਬਾਜ਼ਲ ਕਮੇਟੀ ਨੇ 3 ਸੈਟ ਆਫ ਰੈਗੂਲੇਸ਼ਨ ਦਿੱਤੇ ਹਨ ਜਿਹਨੂੰ ਆਪਾਂ ਬਾਜ਼ਲ 1, 2, 3 ਨੋਰਮਸ ਬੋਲਦੇ ਹਾਂ। ਸਭ ਤੋਂ ਪਹਿਲਾਂ ਬਾਜ਼ਲ 1 1988 ਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਗਿਆ। ਇਹਦਾ ਮੇਨ ਫੋਕਸ ਕੀ ਹੈ? ਕ੍ਰੈਡਿਟ ਰਿਸਕ ਦੇ ਉੱਪਰ। ਠੀਕ ਹੈ, ਕ੍ਰੈਡਿਟ ਰਿਸਕ ਪੋਸੀਬਿਲਿਟੀ ਹੁੰਦੀ ਹੈ ਲੋਸ ਦੀ, ਜੋ ਕਿ ਅਗਰ ਬੋਰੋਰ ਨਾ ਦੇ ਪਾਏ ਜੋ ਉਹਨੇ ਲੋਨ ਲਿੱਤਾ ਹੈ, ਠੀਕ ਹੈ, ਤਾਂ ਉਹਦੇ ਨਾਲ ਜਿਹੜਾ ਰਿਸਕ ਜੁੜਿਆ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਹਾਂ? ਕ੍ਰੈਡਿਟ ਰਿਸਕ। Okay, it refers to risk that a lender may not receive the own principal and interest. It defined capital and structure of risk weight for bank. Minimum capital requirement was fixed at 8% of risk-weighted asset. RWA means assets with different risk profile. For example, an asset backed by collateral would carry less risk as compared to personal loan which have no collateral. India topped Basel 1 guidelines in 1999. देखो मेन ये पूछा ਜਾਂਦਾ ਬਸ ਕਿ ਬਾਜ਼ਲ ਜਿਹੜੇ 1 ਅਕੋਰਡ ਹੈ ਉਹ ਕਦੋਂ ਆਇਆ ਤੇ ਉਹ ਕਿਹਦੇ ਨਾਲ ਰਿਲੇਟਡ ਹੈ। ਸੋ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਹੈ ਬਾਜ਼ਲ 2। ਸੋ 2004 ਦੇ ਵਿੱਚ ਇਹਨਾਂ ਨੂੰ ਰਿਲੀਜ਼ ਕੀਤਾ ਗਿਆ। ਠੀਕ ਹੈ,
ਜਿਹੜੇ ਗਾਈडलाइंस ने ये 3 पैरामीटर्स के उपर बेस्ड है ਕਿਹੜੇ कैपिटल एडिक्वेसी रिक्वायरमेंट सुपरवाइजरी रिव्यू ते मार्केट डिसिपलिन ठीक है। सो आ तिन्ना दे नाम तुसी याद रखने हैं ओके। सो कैपिटल एडिक्वेंसी रिक्वायरमेंट क्या है कि बैंक है जो मिनिमम कैपिटल एडिक्वेंसी मेनटेन करेंगे 8% दी ऑफ रिस्क एसेट्स। सुपरवाइजरी रिव्यू अकॉर्डिंग टू दिस बैंक्स वर नीडेड टू डेवलप एंड यूज बेटर रिस्क मैनेजमेंट टेक्निक्स इन मॉनिटरिंग एंड मैनेजिंग ऑल द 3 टाइप ऑफ रिस्क दैट अ बैंक फेस ओके। सो रिव्यू करना मतलब जोड़े भी रिस्क हैं उन्होंने बारे देखना। उस तो बाद मार्केट डिसिप्लिन दिस नीड्स इंक्रीज डिस्क्लोजर रिक्वायरमेंट बैंक नीड टू मैंडेटरी डिस्क्लोज देयर CAR रिस्क एक्सप्लोजर टू सेंट्रल बैंक। मार्केट डिसिप्लिन का मतलब क्या है कि बैंक्स नूं जिहड़े उन्होंने CAR है या रिस्क एक्सप्लोजर है वो बारे इन्फॉर्मेशन देनी पऊगी सेंट्रल बैंक नूं ओके। हजे अगर आप गल करिए बाज़ल 2 जिहड़े नॉर्म्स इंडिया दे विच अच्छे तरीके नाल फॉलो नहीं होए ओके बट बाज़ल 1 हो चुके हैं। उस तो बाद बाज़ल 3 2010 दे विच इन्हां नूं रिलीज़ किया गया ठीक है। जदों जरूरत समझी गई कि बैंकिंग सिस्टम नूं होर स्ट्रैंथन किया जाए डेवलप्ड इकोनॉमी दे विच ठीक है तो उस करके इन्हां नूं फिर रिलीज़ किया गया। जिहड़ी ये गाइडलाइंस इन्हां दा मेन एम क्या प्रमोट करना मोर रिसिलियंट बैंकिंग सिस्टम बाय फोकसिंग ऑन 4 वाइटल बैंकिंग पैरामीटर्स। ये 4 चीज़ों के उपर फोकस करते किहड़ी कैपिटल लैवरेज फंडिंग ते लिक्विडिटी ओके। सो नैक्सट अपने को टॉपिक है नॉन परफॉर्मिंग एसेट। देखो हुण अगर आप गल करिए बैंक के एसेट्स किहड़े हुंदे हैं जो बैंक दे विच मनी डिपोजिट हुई हुई है ठीक है। हुण सपोज करो कोई परसन है उन्हें बैंक तो लिता लोन ठीक है उन्हें घर बनाना सी सो उन्हें लोन ले लिया बट वो जॉब चली गई इन बिटवीन इसलिए वो बेचारा इंस्टॉलमेंट्स जिहड़ियां ने वो नहीं भर पा रहा ठीक है जिन्ना उन्हें लोन लिता है बैंक तो। सो हुण जिहड़े बैंक ने पैसे परसन नूं दिते हुए ने ठीक है वो की हो गया बैंक लिए नॉन परफॉर्मिंग एसेट हो गए यानी कि ऐसे एसेट बैंक लिए जिन्हां दी हुण प्रोडक्टिविटी 0 है मतलब वो परफॉर्म नहीं कर पा रहे ओके। सो नॉन परफॉर्मिंग एसेट क्या है जो कोई परसन डिले करे पेमेंट लोन दी या फिर अमाउंट दी जिहड़ी उहदे उपर उधार ते है ठीक है किवें डिले करके इंटरस्ट या इंस्टॉलमेंट दे विच या प्रिंसीपल अमाउंट दे विच वो पर्टिकुलर लोन या अमाउंट आपां बोलदे नॉन परफॉर्मिंग एसेट। हुण बैंक फ्रॉड ते नॉन परफॉर्मिंग एसेट दे विच की फर्क है। नॉन परफॉर्मिंग एसेट है जिहड़ा ਉਹ एक शराब बन चुका है बैंक्स लिए काफ़ी टाइम तो ठीक है। ਜਿਹੜਾ बैंक फ्रॉड ਹੁੰਦਾ ਉਹ ਇੱਕ क्रिमिनल ऑफेंस है। ਜਿਹੜਾ नॉन परफॉर्मिंग एसेट है वो लोन या एडवांस है ਜਿਹਦੇ ਵਿੱਚ इंटरस्ट या इंस्टॉलमेंट्स ਜਿਹੜੀਆਂ ने ठीक है ओवरड्यू हो जान फॉर अ पीरियड ऑफ 90 डेज बट बैंक फ्रॉड की ਹੁੰਦਾ एक क्रिमिनल एक्टिविटी है ठीक है। RBI के मुताबिक कोई भी एसेट नॉन परफॉर्मिंग कदों बनता है जदों इनकम जनरेट ना करे बैंक के लिए ओके। अगर आप देखिए नॉन परफॉर्मिंग एसेट्स हैं जिहड़े पब्लिक बैंक दे विच वो $62 बिलियन ने मतलब 90% ऑफ NPA टोटल इन इंडिया। उस तो बाद नैक्सट हुण रीजनस की है कि नॉन परफॉर्मिंग एसेट्स जिहड़े ने वो डेवलप हो जाते हैं 2004 तो लैके 9 तक अगर आप देखिए तो काफ़ी ज़्यादा ग्रोथ हुई इकोनॉमी की ਜਿਹਦੇ ਨਾਲ ਜਿਹੜੇ ਬੈਂਕ ਸੀਗੇ ਉਹਨਾਂ ਨੇ ਕਾਫੀ ਜ਼ਿਆਦਾ ਲੋਨ ਦਿੱਤਾ ਫਰਮਸ ਨੂੰ ਠੀਕ ਹੈ। ਜਿਹੜੀ ਇਨਵੈਸਟਮੈਂਟ ਸੀ ਉਹ ਇਨਫਰਾਸਟ੍ਰਕਚਰ ਸੈਕਸ਼ਨਸ ਦੇਖਣ ਨੂੰ ਮਿਲੇਗੀ ਜਿਵੇਂ ਰੋਡ ਪਾਵਰ ਐਵੀਏਸ਼ਨ ਸਟੀਲ ਓਕੇ। ਹੁਣ ਜਿਹੜੇ ਬੈਂਕ ਸੀ ਉਹਨਾਂ ਨੇ ਫਟਾਫਟ ਲੋਨ ਤਾਂ ਦਿੱਤੇ ਕੰਪਨੀਜ਼ ਨੂੰ ਬਟ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੰਪਨੀਜ਼ ਦੀ ਕੀ ਹਾਲਤ ਹੈ ਠੀਕ ਹੈ ਜਾਂ ਕੀ ਕ੍ਰੈਡਿਟ ਰੇਟਿੰਗ ਹੈ। फिर उस तो बाद की होया माइनिंग प्रोजैक्ट्स के उपर बैन लगना स्टार्ट हो गया ठीक है। सो जल्दी जल्दी इन्वायरमेंट परमिट मिलता नहीं सीगा सो ये करके ਜਿਹੜੇ ਰਾਅ ਮਟੀਰੀਅਲ ਦੇ ਪ੍ਰਾਈਸਿਸ ਸੀਗੇ ਉਹ ਕਾਫੀ ਜ਼ਿਆਦਾ ਵਧਨੇ ਸਟਾਰਟ ਹੋ ਗਏ। ਸੋ ਇਸ ਕਰਕੇ ਜਿਹੜੀ ਪਾਵਰ ਸਟੀਲ ਆਇਰਨ ਇੰਡਸਟਰੀਜ਼ ਸੀਗੀਆਂ ਉਹਨਾਂ ਨੂੰ ਨੁਕਸਾਨ ਹੋਇਆ। ਇਹਨਾਂ ਨੂੰ ਨੁਕਸਾਨ ਹੋਣ ਦੀ ਵਜ੍ਹਾ ਤੋਂ ਇਹ ਜੋ ਇਹਨਾਂ ਨੇ ਬੈਂਕ ਤੋਂ ਲੋਨ ਲਿੱਤਾ ਹੋਇਆ ਸੀ ਉਹਨੂੰ ਵਾਪਿਸ ਨਹੀਂ ਕਰ ਪਾਏ ਸੋ ਇਹਦੇ ਨਾਲ ਨੌਨ ਪਰਫਾਰਮਿੰਗ ਐਸੈਟਸ ਜਿਹੜੇ ਨੇ ਉਹ ਜਨਰੇਟ ਹੋ ਗਏ ओके। हुण इन्हां दा इंपैक्ट की पैंदा अगर नॉन परफॉर्मिंग एसेट्स जनरेट हो जान जिहड़े बैंक है उन्हां कोल फंड्स नहीं रहिंदे अदर डेवलपमेंट प्रोजैक्ट्स दे लई ठीक है। प्रॉफिट मार्जिन एक बैंक नूं मेनटेन करना पैंदा बट जिहड़े बैंक्स ने क्योंकि हुण उन्हां कोल पैसे घੱਟ ने नॉन परफॉर्मिंग एसेट्स वध ने इसलिए वो फोर्स हो जाते हैं कि इंटरस्ट रेट होर वधाउण ठीक है ताकि प्रॉफिट रहे उन्हां कोल। उस तो बाद क्योंकि उन्होंने कोल पैसे घट है सो ये जोड़े बैंक्स है ज़्यादा इन्वैसट भी नहीं कर पाते सो ये अनएम्पलॉयमेंट होंगी है ओके। उस तो बाद सो नैक्सट अपने को टॉपिक है ओम्बड्समैन स्कीम बहुत बार पेपर च पूछा गया है बारे भी सो हम देखते हैं। देखो
अगर आप गल करिए ओम्बड्समैन तो एक क्वासी जुडिशियल अथॉरिटी है जिन्हों कि क्रिएट किया गया ताकि जी कस्टमर की कंप्लेंट है बैंक्स के अगेंस्ट ठीक है उन्होंने रिजोल्व किया जाए तो इंट्रोड्यूस किया गया बैंकिंग रेगूलेशन एक्ट के द्वारा 1995 दे विच। अगर आप गल करिए ओम्बड्समैन एक सीनियर ऑफिशियल होंगे जिन्हों कि RBI द्वारा अपॉइंट किया होंगे तो ये सारी तरह के बैंक्स जोड़े ने वो कवर किए जाते हैं। कस्टमर जोड़े ने वो अप्रोच कर सकते हैं बैंकिंग ओम्बड्समैन को अगर उन्होंने लगता है कि उन्होंने किते भी धोखाधड़ी हुई है ठीक है किहड़ी चीज़ों के जिमें कि नॉन पेमेंट या डिले हुए इन पेमेंट और कलैक्शन ऑफ चैक ड्राफ्ट बिल नॉन पेमेंट और डिले इन पेमेंट ऑफ इनवर्ड रेमिटेंस फेलियर डिले टू इशू ड्राफ्ट्स पे ऑर्डर और बैंक चेक्स नॉन एडहेरेंस टू prescribed working hours refusal to open deposit account without any valid reason levying of charges without adequate prior notice to customer refusal or delay in closing accounts नॉन ऑबजरवेंस ऑफ RBI ऑन इंगेजमेंट ऑफ रिकवरी एजेंट बाय बैंक्स। सो ये सारे केसिस दे विच कोई भी बंदा जोड़ा है वो ओम्बड्समैन को जा सकता है। उस तो बाद देखो हुण जिहड़ा सैक्शन 7 है RBI एक्ट 1934 का उन्हें सेंट्रल गवर्नमेंट को पावर दी कि वह सुपरसीड करे RBI बोर्ड ते इशू करे डायरैक्शनस RBI नूं। कई बार पेपर च आ जाता है कि कोई जो भी RBI ने फैसला लिता हो कि सेंट्रल गवर्नमेंट उन्होंने सुपरसीड कर सकती है सो कर सकती है कि तहत सैक्शन 7 RBI एक्ट 1935 के तहत बट ये उन्होंने कंसल्ट करना पऊगा गवर्नर के नाल ठीक है RBI दे ओके। और तो बाद नैक्सट है फाइनैंशियल इनकलूजन इंडैक्स। फाइनैंशियल इनकलूजन इंडैक्स की गल करिए तो मिनिस्ट्री ऑफ फाइनांस के द्वारा लॉन्च किया जाता है। सिंगल कंपोजिट इंडैक्स गिव अ स्नैपशॉट ऑफ लेवल ऑफ फाइनैंशियल इनकलूजन दैट वुड गाइड मैक्रो पॉलिसी परस्पेक्टिव। और तो बाद नैक्सट नैशनल कंपनी लॉ ट्रिब्यूनल दैट इज NCLT। NCLT भी क्वासी जुडिशियल बॉडी है इंडिया के जिहड़ी कि इशूज़ देखती है रिगार्डिंग कंपनीज इन द कंट्री ठीक है जो भी इशूज़ होंगे कंपनीज के रिगार्डिंग उन्होंने देखती है। इन्हों फॉर्म किया गया 1 जून 2016 एज पर प्रोविजन ऑफ कंपनीज एक्ट 2013 इट वॉज फॉर्मड ऑन बेसिस ऑफ रिकमेंडेशन ऑफ जस्टिस इरादी कमेटी दैट वॉज related to solve insolvency and winding up of companies in India. Each bench is head by president, 16 judicial member, 9 technical member. As of now, Ministry of Corporate Affairs has established 11 benches of tribunal with principal bench at New Delhi. So the principal bench कित्थे न्यू दिल्ली दे विच ठीक है। तो इन्हों के जोड़े बेंचिज कौन बनाता है मिनिस्ट्री ऑफ कॉर्पोरेट अफेयर्स। ये याद रखो एक क्वाजी जुडिशियल बॉडी है जोड़े कि इशूज़ देखते हैं कंपनीज नाल रिलेटेड कंट्री दे विच ओके। सो ये छोटे छोटे टॉपिक्स ने बट इन्हों विचों भी क्वेश्चंस देखने को मिले सो इसलिए मैं कवर करवा रही हूँ। सो नैक्सट है इंसॉल्वेंसी एंड बैंकरप्सी बोर्ड ऑफ इंडिया IBBI। एक सैचुटरी बॉडी है जी मोनीटर तो इंप्लीमेंट करती है इंसॉल्वेंसी एंड बैंकरप्सी कोड 2016। ये टोटल 10 मैंबर्स हैं चेयरमैन एक नॉमिनेटेड मैंबर होंगे RBI तो 8 होंगे गवर्नमेंट की साइड तो। चेयरमैन जोड़ा 5 ईयर्स या 65 दी एज तक रेंदे जो भी अर्लीयर होवे ओके। तो जोड़ा चेयरमैन उन्होंने दोबारा तो भी रीअपॉइंट किया जा सकता है। उस तो बाद अगर आप गल करिए IBBI का जोड़ा एडमिनिस्ट्रेटिव कंट्रोल रहा है वो मिनिस्ट्री ऑफ कॉर्पोरेट अफेयर्स को रहा है। उस तो बाद नैक्सट अपने को बैंक बोर्ड ब्यूरो दैट इज BBB। इनू सैटअप किया गया Feb 2016 दे विच एज एन ऑटोनोमस बॉडी बेस्ड ऑन रिकमेंडेशन ऑफ RBI पैनल जिन्हों की अपॉइंट किया PJ नायक कमेटी टू इंप्रूव गवर्नेंस ऑफ पब्लिक सैक्टर बैंक्स। इन्हें रिप्लेस किया अपॉइंटमेंट बोर्ड ऑफ गवर्नमेंट नू ठीक है। BBB दे विच चेयरमैन होंगे फर्स्ट चेयरमैन विनोद राय सी जो कि 2 साल के लिए रहे 3 एक्स ऑफिशियो मैंबर्स होंगे तो 5 एक्सपर्ट मैंबर्स। बस ये याद रखियो फर्स्ट लाइन कि एक ऑटोनोमस बॉडी है। सो नैक्सट अपने को है स्विफ्ट सिस्टम सिक्योरिटी फॉर वर्ल्ड वाइड इंटरबैंक टैलीकम्यूनिकेशन। ये फुल फॉर्म है स्विफ्ट एक मैसेजिंग नैटवर्क है जोड़ा कनैक्ट करता है बैंक तो फाइनैंशियल इंस्टीट्यूशन को पूरे वर्ल्ड के इंटरनैशनल ट्रांजैक्शन है जी बैंक तो इंस्टीट्यूशन की वो यही नैटवर्क के उपर बेस्ड ने। जोड़ा नैटवर्क है न्यूज़ च आया सीगा ठीक है जो बैंकिंग फ्रॉड होया सी पंजाब नैशनल बैंक दे विच ओके। सो नैक्सट है कोर बैंकिंग सोल्यूशन एक नैटवर्क है ठीक है। ये बेसिकली कि जोड़े कस्टमर्स ने अपना अकाउंट इनेबल कर सकते तो बैंकिंग सर्विसिज उन्होंने मिल जांदियां ने किसी भी ब्रांच तो बैंक दियां CBS नैटवर्क के उपर
ठीक है, जरूरी नहीं हैगा कि वो बैंक 'ਚ ਉਹਦਾ ਅਕਾਊਂਟ ਹੋਣਾ ਚਾਹੀਦਾ ਹੈ। ਠੀਕ ਹੈ, ਜਿਹੜਾ ਕਸਟਮਰ ਹੈ ਜ਼ਰੂਰੀ ਨਹੀਂ ਕਿ ਉਹ ਕਸਟਮਰ ਹੋਵੇ ਉਹ ਬ੍ਰਾਂਚ ਦਾ, ਤਾਂ ਵੀ ਉਹ ਇਹ ਸਾਰੀ ਫੈਸਿਲਿਟੀਜ਼ ਉਹਨੂੰ ਮਿਲਦੀਆਂ ਨੇ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਪੜ੍ਹਦੇ ਹਾਂ ਟਾਈਪ ਆਫ ਬੌਂਡਸ ਦੇ ਬਾਰੇ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਨੇ ਮਸਾਲਾ ਬੌਂਡ। ਮਸਾਲਾ ਬੌਂਡ ਦੇ ਉੱਪਰ ਬਹੁਤ ਵਾਰ ਕੁਐਸਚਨ ਆਉਂਦੇ ਆ। ਸੋ ਦੇਖੋ ਮਸਾਲਾ ਬੌਂਡ ਬੇਸਿਕਲੀ ਕੀ ਹੁੰਦੇ, ਰੁਪੀ ਡਿਨੋਮੀਨੇਟਿਡ ਬੌਂਡਸ ਹੁੰਦੇ ਆ, ਮਤਲਬ ਇਹਨਾਂ ਦੀ ਵੈਲਿਊ ਰੁਪੀਸ 'ਚ ਹੁੰਦੀ ਹੈ। ਇੱਕ ਡੈਟ ਇੰਸਟਰੂਮੈਂਟ ਹੈ ਜਿਹਨੂੰ ਕਿ ਇੰਡੀਅਨ ਐਂਟੀਟੀ ਦੁਆਰਾ ਫੋਰਨ ਮਾਰਕੀਟ ਦੇ ਵਿੱਚ ਮਨੀ ਨੂੰ ਰੇਸ ਕਰਨ ਦੇ ਲਈ ਇਸ਼ੂ ਕੀਤਾ ਜਾਂਦਾ ਹੈ। ਇਹਨੂੰ ਇੰਡੀਅਨ ਕਰੰਸੀ 'ਚ ਇਸ਼ੂ ਕਰਦੇ ਆ, ਇਹ ਚੀਜ਼ ਯਾਦ ਰੱਖਿਓ, ਡਾਲਰਸ ਜਾਂ ਲੋਕਲ ਡਿਨੋਮੀਨੇਸ਼ਨ 'ਚ ਨਹੀਂ ਕਰਦੇ। 2019 ਦੇ ਵਿੱਚ ਕੇਰਲਾ ਫਸਟ ਇੰਡੀਅਨ ਸਟੇਟ ਬਣ ਗਈ ਸੀ ਜਿਹਨੇ ਕਿ ਇਸ਼ੂ ਕੀਤੇ ਸੀ ਮਸਾਲਾ ਬੌਂਡ ਲੰਡਨ ਸਟਾਕ ਐਕਸਚੇਂਜ ਦੇ ਵਿੱਚ। ਮਸਾਲਾ ਬੌਂਡ ਦੇ ਬਾਰੇ ਕੀ ਪੜ੍ਹਿਆ ਕਿ ਇਹ ਇੰਡੀਅਨ ਰੁਪੀ डिनोमीनेशन होंगी है, इनू कोई भी इंडियन एंटिटी फॉरन मार्केट दे विच इशू करती है ताकि मनी रेस की जाए। ਜਿਹੜੇ ਬੌਂਡਸ ਹੈ ਇਹਨਾਂ ਨੂੰ ਆਊਟਸਾਈਡ ਇੰਡੀਆ ਇਸ਼ੂ ਕੀਤਾ ਹੁੰਦਾ ਇੰਡੀਅਨ ਐਂਟੀਟੀ ਦੁਆਰਾ ਤੇ ਇੰਡੀਅਨ ਕਰੰਸੀ ਦੇ ਵਿੱਚ। ਇਹ ਇੰਪੋਰਟੈਂਟ ਹੈ ਤਿੰਨੋਂ ਚੀਜ਼ਾਂ ਜੋ ਵੀ ਇਹ ਲਾਈਨ ਦੇ ਵਿੱਚ ਲਿਖੀਆਂ ਹੋਈਆਂ ਨੇ। ਮੇਜਰ ਆਬਜੈਕਟਿਵ ਕੀ ਹੈ ਮਸਾਲਾ ਬੌਂਡ ਦਾ, ਫੰਡ ਕਰਨਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ, ਇਗਨਾਈਟ ਕਰਨਾ ਇੰਟਰਨਲ ਗਰੋਥ ਤੇ ਇੰਟਰਨੈਸ਼ਨਲਾਈਜ਼ ਕਰਨਾ ਇੰਡੀਅਨ ਰੁਪੀ ਨੂੰ। ਠੀਕ ਹੈ, ਰਿਸਕ ਦੇ ਕੇਸ ਦੇ ਵਿੱਚ ਜਿਹੜਾ ਇਨਵੈਸਟਰ ਹੈ ਉਹ ਲੌਸ ਝੇਲਦਾ ਹੈ, ਜਿਹੜਾ ਬੋਰੋਅਰ ਹੈ ਉਹਦੇ ਉੱਪਰ ਕੋਈ ਵੀ लॉस नहीं होंदा। ਜਿਹੜਾ ਇਨਵੈਸਟਰ ਹੈ कौन लॉस झेलूगा, ये भी एक बार पेपर 'ਚ क्वेश्चन पूछा गया ਸੀ कि अगर रिस्क होवे ਜਿਹੜਾ इन्वेस्टर है ਉਹਨੂੰ लॉस बेयर करना पऊगा, बोरोअर ਦਾ कुछ नहीं जाना। ਜਿਹੜਾ फस्ट मसाला बॉन्ड है ਉਹਨੂੰ वर्ल्ड बैंक ने 2014 ਦੇ ਵਿੱਚ ਇਸ਼ੂ ਕੀਤਾ ਸੀ ਇਨਫਰਾਸਟ੍ਰਕਚਰ ਪ੍ਰੋਜੈਕਟ ਨੂੰ ਫੰਡ ਕਰਨ ਦੇ ਲਈ ਇੰਡੀਆ ਦੇ ਵਿੱਚ। ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ ਇਨਵੈਸਟਮੈਂਟ ब्रांच of World Bank issued 10-year 10 billion rupee bond in November 2014 to increase foreign investment in India and mobilize international capital market to support infrastructure development in country। certain rules and regulations ਜਿਹੜੇ ਕਿ RBI ਨੇ ਸੈੱਟ ਕੀਤੇ ਉਹ ਕੀ ਨੇ, any corporate and Indian bank is eligible to issue rupee denomination bond overseas। ਸੋ RBI ਨੇ ਕੀ ਕਿਹਾ ਕਿ ਕੋਈ ਵੀ ਕਾਰਪੋਰੇਟ ਤੇ ਇੰਡੀਅਨ ਬੈਂਕ ਐਲੀਜੀਬਲ ਹੈ ਇਸ਼ੂ ਕਰਨ ਦੇ ਲਈ ਰੁਪੀ ਡਿਨੋਮੀਨੇਟਿਡ ਬੌਂਡ ਬਾਹਰਲੀ ਕੰਟਰੀਜ਼ ਦੇ ਵਿੱਚ। ਮਨੀ ਰੇਸਡ ਥਰੂ ਥੀਸ ਬੌਂਡ ਕੈਨ ਨਾਟ ਬੀ ਇਨਵੈਸਟਡ ਇਨ ਰੀਅਲ ਐਸਟੇਟ ਐਕਟੀਵਿਟੀਜ਼, ਹਾਊਐਵਰ ਦੇ ਕੈਨ ਬੀ ਯੂਜ਼ਡ ਫॉर द डेवलपमेंट ऑफ ਇੰਟੀਗ੍ਰੇਟਿਡ ਟਾਊਨਸ਼ਿਪ ਔਰ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ। ਜਿਹੜੇ ਵੀ ਪੈਸੇ ਇੱਥੋਂ ਆਉਣਗੇ ਉਹਨੂੰ ਰੀਅਲ ਐਸਟੇਟ ਐਕਟੀਵਿਟੀਜ਼ ਦੇ ਵਿੱਚ ਇਨਵੈਸਟ ਨਹੀਂ ਕੀਤਾ ਜਾ ਸਕਦਾ, ਬਟ ਉਹਨਾਂ ਨੂੰ ਡਿਵੈਲਪਮੈਂਟ ਦੇ ਲਈ ਟਾਊਨਸ਼ਿਪ ਦੀ ਜਾਂ ਫਿਰ ਹਾਊਸਿੰਗ ਪ੍ਰੋਜੈਕਟਸ ਜਿਹੜੇ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ ਬਣਾਏ ਜਾਂਦੇ ਉਹਦੇ ਲਈ ਯੂਜ਼ ਕੀਤਾ ਜਾ ਸਕਦਾ ਹੈ। ਜਿਹੜੀ ਮਨੀ ਰੇਜ਼ ਹੋਊਗੀ ਮਸਾਲਾ ਬੌਂਡ ਤੇ ਉਹਨੂੰ ਕੈਪੀਟਲ ਮਾਰਕੀਟ ਦੇ ਵਿੱਚ ਵੀ ਇਨਵੈਸਟ ਨਹੀਂ ਕੀਤਾ ਜਾ ਸਕਦਾ। ਓਕੇ, ਇਹ ਚੀਜ਼ਾਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਉਹ ਤੋਂ ਬਾਅਦ ਨੈਕਸਟ ਹੈ ਕੰਗਾਰੂ ਬੌਂਡ। ਕੰਗਾਰੂ ਬੌਂਡ ਇੱਕ ਫੋਰਨ ਬੌਂਡ ਹੈ ਜਿਹੜਾ ਕਿ ਆਸਟ੍ਰੇਲੀਅਨ ਮਾਰਕੀਟ ਦੇ ਵਿੱਚ ਇਸ਼ੂ ਕੀਤਾ ਜਾਂਦਾ ਕਿਸੇ ਵੀ ਨਾਨ ਆਸਟ੍ਰੇਲੀਅਨ ਫਰਮ ਦੇ ਦੁਆਰਾ ਤੇ ਕਿਹਦੇ ਵਿੱਚ ਹੁੰਦਾ, ਆਸਟ੍ਰੇਲੀਅਨ ਕਰੰਸੀ ਵਿੱਚ ਹੁੰਦਾ। ਠੀਕ ਹੈ, ਦ ਬੌਂਡ ਇਜ਼ ਸਬਜੈਕਟ ਟੂ ਸਿਕਿਉਰਿਟੀ ਰੈਗੂਲੇਸ਼ਨ ਆਫ ਆਸਟ੍ਰੇਲੀਆ। ਅ ਕੰਗਾਰੂ ਬੌਂਡ ਇਜ਼ ਆਲਸੋ ਨੋਨ ਐਜ਼ ਮਾਟਿਲਡਾ ਬੌਂਡ, ਇਹਨੂੰ ਮਟਿਲਡਾ ਬੌਂਡ ਵੀ ਬੋਲਦੇ ਆ। ਉਹ ਤੋਂ ਬਾਅਦ ਨੈਕਸਟ ਹੈ ਗ੍ਰੀਨ ਬੌਂਡ, ਵੈਰੀ ਇੰਪੋਰਟੈਂਟ, ਬਹੁਤ ਵਾਰ ਪੇਪਰ 'ਚ ਪੁੱਛ ਚੁੱਕੇ ਕਿ ਇਹਦੇ ਕਾਹਦੇ ਲਈ ਇਸ਼ੂ ਕੀਤਾ ਹੁੰਦਾ ਹੈ। ਸੋ ਗ੍ਰੀਨ ਬੌਂਡ ਹੈ ਜਿਹੜਾ ਇੱਕ ਡੈਟ ਇੰਸਟਰੂਮੈਂਟ ਹੈ ਵਿਦ ਵਿਚ ਕੈਪੀਟਲ ਇਜ਼ ਬੀਇੰਗ ਰੇਜ਼ਡ। ਇਹਦੇ ਵਿੱਚ ਕੈਪੀਟਲ ਰੇਜ਼ ਕੀਤੀ ਜਾਂਦੀ ਹੈ ਕਾਹਦੇ ਲਈ, ਫੰਡਿੰਗ ਕਰਨ ਦੇ ਲਈ ਗ੍ਰੀਨ ਪ੍ਰੋਜੈਕਟਸ ਨੂੰ, ਵਿਚ ਟਿਪੀਕਲੀ ਇਨਕਲੂਡ ਦੋਜ਼ ਰਿਲੇਟਿੰਗ ਟੂ ਰੈਨਿਊਏਬਲ ਐਨਰਜੀ, ਕਲੀਨ ਟਰਾਂਸਪੋਰਟੇਸ਼ਨ, ਸਸਟੇਨੇਬਲ ਵਾਟਰ ਮੈਨੇਜਮੈਂਟ। ਅ ਬੌਂਡ ਇਜ਼ ਫਿਕਸ ਇਨਕਮ ਇੰਸਟਰੂਮੈਂਟ दैट रिप्रेजेंट अ लोन मेड by investor to a borrower। ठीक है, bonds traditionally paid a fixed interest rate to investors। Security Exchange Board of India has put in place disclosure norm for insurance and listing of green bond। ਇਹਦੇ ਬਾਰੇ ਇਹ ਚੀਜ਼ ਯਾਦ ਰੱਖਿਓ ਕਿ ਇਹਨਾਂ ਨੂੰ ਕਾਹਦੇ ਲਈ ਇਸ਼ੂ ਕੀਤਾ ਜਾਂਦਾ, ਗ੍ਰੀਨ ਪ੍ਰੋਜੈਕਟਸ ਦੇ ਲਈ ਫੰਡਸ ਨੂੰ ਜਨਰੇਟ ਕਰਨ ਦੇ ਲਈ। ਓਕੇ, 2007 ਦੇ ਵਿੱਚ ਵਰਲਡ ਦਾ ਜਿਹੜਾ ਫਸਟ ਗ੍ਰੀਨ ਬੌਂਡ ਉਹਨੂੰ ਵਰਲਡ ਬੈਂਕ ਨੇ ਲਾਂਚ ਕੀਤਾ। ਇੰਡੀਆ ਦਾ ਫਸਟ ਗ੍ਰੀਨ ਬੌਂਡ ਨੂੰ ਲਾਂਚ ਕੀਤਾ ਸੀ ਯੈਸ ਬੈਂਕ ਨੇ 2015 ਦੇ ਵਿੱਚ। 2016 ਦੇ ਵਿੱਚ ਬ੍ਰਿਕਸ ਬੈਂਕ ਇਸ਼ੂਡ ਯੂਆਨ ਡਿਨੋਮੀਨੇਟਿਡ ਗ੍ਰੀਨ ਬੌਂਡਸ। 2018 ਦੇ ਵਿੱਚ ਇੰਡੀਅਨ ਰੈਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਨੇ ਲਾਂਚ ਕੀਤਾ ਇੰਡੀਆ ਦਾ ਫਸਟ ਮਸਾਲਾ ਗ੍ਰੀਨ ਬੌਂਡ ਲੰਡਨ ਸਟਾਕ ਐਕਸਚੇਂਜ ਦੇ ਵਿੱਚ। ਇਹ ਵੀ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਬਲੂ ਬੌਂਡ, ਇੱਕ ਡੈਟ ਇੰਸਟਰੂਮੈਂਟ ਹੈ ਜਿਹੜਾ ਕਿ ਗਵਰਨਮੈਂਟ ਇਸ਼ੂ ਕਰਦੀ ਹੈ, ਡਿਵੈਲਪਮੈਂਟ ਬੈਂਕਸ ਇਸ਼ੂ ਕਰਦੇ ਹੈ ਟੂ ਰੇਜ਼ ਕੈਪੀਟਲ from investor to finance marine and ocean based project। ਹੁਣ blue bond ਤੋਂ ਪਤਾ ਲੱਗਦਾ ਵੀ ਕਿਹੜੇ ਪ੍ਰੋਜੈਕਟ 'ਚ ਪੈਸਾ ਲਗਾਉਣਾ ਹੋਊਗਾ, marine ਜਾਂ ਫਿਰ ocean based projects ਦੇ ਵਿੱਚ। it will help in expansion of marine protected areas, improve governance of priority fishes and development of blue economy। ਜਿਹੜਾ blue bond ਹੈ ਉਹ green bond ਦਾ ਇੱਕ ਸਬ ਟਾਈਪ ਹੈ। Seychelles issued world's first blue bond in 2018 to expand its marine protected areas and fisheries sector। then
ਨੈਕਸਟ ਹੈ ਇਲੈਕਟਰਲ ਬੌਂਡਸ, ਵੈਰੀ ਇੰਪੋਰਟੈਂਟ। ਇਹਨਾਂ ਦੇ ਬਾਰੇ 2017 ਦੇ ਬਜਟ ਦੇ ਵਿੱਚ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਨੇ ਮੈਂਸ਼ਨ ਕੀਤਾ ਸੀਗਾ ਜਿਹੜੇ ਬੌਂਡਸ ਹੈ, ਠੀਕ ਹੈ, ਇਹ ਬੀਅਰਰ ਬੌਂਡਸ ਹੈ ਜਾਂ ਫਿਰ ਪ੍ਰੋਮਿਸਰੀ ਨੋਟਸ ਹੈ ਜਿਹਦੇ ਵਿੱਚ ਜਿਹੜਾ ਬੈਂਕ ਹੈ ਜਾਂ ਜਿਹਨੂੰ ਆਪਾਂ ਕਹੀਏ ਇਸ਼ੂਅਰ ਹੈ ਉਹ ਕਸਟੀਡੀਅਨ ਹੋਊਗਾ ਤੇ ਪੇ ਕਰੂਗਾ, ਜਿਹੜਾ ਕਿ ਹੋਲਡ ਕਰੂਗਾ ਬੌਂਡਸ, ਜਿਵੇਂ ਕਿ ਪੋਲੀਟੀਕਲ ਪਾਰਟੀਜ਼ ਹੋ ਗਈਆਂ ਉਹਨੂੰ, ਯਾਨੀ ਕਿ ਬੈਂਕ ਪੇ ਕਰਦਾ ਪੋਲੀਟੀਕਲ ਪਾਰਟੀਜ਼ ਨੂੰ, ਠੀਕ ਹੈ। ਜਿਹੜੇ ਬੌਂਡਸ ਹੈ ਇਹਨਾਂ ਨੂੰ ਨੋਟੀਫਾਈਡ ਬੈਂਕਸ ਦੇ ਦੁਆਰਾ ਜਿਵੇਂ ਕਿ SBI ਦੇ ਦੁਆਰਾ ਬੇਸਿਕਲੀ ਇਸ਼ੂ ਕੀਤਾ ਜਾਂਦਾ ਹੈ ਮਲਟੀਪਲਸ ਦੇ ਵਿੱਚ, ਮਤਲਬ ਕਿਹੜੇ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ, ਜਿਵੇਂ 1000 ਦਾ, 10,000 ਦਾ, 1 ਲੱਖ ਦਾ, 10 ਲੱਖ ਦਾ, ਠੀਕ ਹੈ, ਜਾਂ ਫਿਰ 1 ਕਰੋੜ ਦਾ। ਓਨਲੀ ਐਨ ਇੰਡੀਅਨ ਸਿਟੀਜ਼ਨ ਜਾਂ ਫਿਰ ਕੰਪਨੀ ਜਿਹੜੀ ਕਿ ਰਜਿਸਟਰ ਹੈ ਇੰਡੀਆ ਦੇ ਵਿੱਚ ਉਹ ਪਰਚੇਸ ਕਰ ਸਕਦੀ ਹੈ ਬੌਂਡ ਨੂੰ ਮਨੀ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਕੇ, ਤੇ ਉਹ ਮਨੀ ਨੂੰ ਫਿਰ ਯੂਜ਼ ਕੀਤਾ ਜਾ ਸਕਦਾ ਇਲੈਕਟੋਰਲ ਬੌਂਡ ਨੂੰ ਖਰੀਦਣ ਦੇ ਲਈ। ਸੋ ਜਿਹੜਾ ਇਲੈਕਟੋਰਲ ਬੌਂਡ ਹੈ ਉਹ ਕੋਈ ਵੀ ਐਵੇਂ ਬੰਦਾ, ਅਣਜਾਣ ਬੰਦਾ ਨਹੀਂ ਖਰੀਦ ਸਕਦਾ, ਠੀਕ ਹੈ। ਡਾਇਰੈਕਟਲੀ ਕੈਸ਼ ਨਾਲ ਨਹੀਂ ਖਰੀਦਿਆ ਜਾ ਸਕਦਾ, ਅਕਾਊਂਟ ਦੇ ਵਿੱਚ ਪੈਸੇ ਪਾਉਣੇ ਪੈਣਗੇ, ਉਹ ਤੋਂ ਬਾਅਦ ਫਿਰ ਤੁਸੀਂ ਖਰੀਦ ਸਕਦੇ ਹੋ। ਪੋਲੀਟੀਕਲ ਪਾਰਟੀ ਹੈ ਜਿਹੜੀ ਉਹਨੂੰ ਇਨ ਕੈਸ਼ ਕਰਨਾ ਪਊਗਾ ਇਹਨੂੰ ਅਕਾਊਂਟ ਦੇ ਵਿੱਚ, which is registered with the Election Commission of India and which has secured 1% or above vote in polled last Lok Sabha and Vidhan Sabha election। ਪੋਲੀਟੀਕਲ ਪਾਰਟੀ ਜਿਹਨੇ ਉਹਨੂੰ ਇਨ ਕੈਸ਼ ਕਰਨਾ ਹੈ ਅਕਾਊਂਟ ਦੇ ਵਿੱਚ, ਠੀਕ ਹੈ, ਉਹ ਰਜਿਸਟਰ ਹੋਣੀ ਚਾਹੀਦੀ ਹੈ RPA ਐਕਟ 1951 ਦੇ ਤਹਿਤ ਇਲੈਕਸ਼ਨ ਕਮਿਸ਼ਨ ਦੇ ਨਾਲ, ਤੇ ਪਿਛਲੀ ਜਿਹੜੀ ਲੋਕ ਸਭਾ ਜਾਂ ਵਿਧਾਨ ਸਭਾ ਦੇ ਇਲੈਕਸ਼ਨਸ ਹੋਣ ਉਹਦੇ ਵਿੱਚ ਉਹਨਾਂ ਨੂੰ 1% ਜਾਂ ਉਹ ਤੋਂ ਜ਼ਿਆਦਾ ਵੋਟਸ ਜਿੰਨੀਆਂ ਵੀ ਪਈਆਂ ਉਹਦਾ 1% ਜਾਂ ਉਹ ਤੋਂ ਜ਼ਿਆਦਾ ਵੋਟਸ ਮਿਲੀਆਂ ਹੋਣੀਆਂ ਚਾਹੀਦੀਆਂ ਨੇ। ਵੈਲਿਡਿਟੀ ਹੈ ਜਿਹੜੀ ਬੌਂਡ ਦੀ ਉਹ 15 ਡੇਜ਼ ਦੀ ਹੁੰਦੀ ਹੈ ਜਦੋਂ ਉਹਨੂੰ ਖਰੀਦਿਆ ਗਿਆ, ਤੇ ਉਹੀ ਟਾਈਮ ਦੇ ਵਿੱਚ ਜਿਹੜਾ ਬਾਇਰ ਹੈ ਉਹ ਡੋਨੇਟ ਕਰੂਗਾ ਤੇ ਪੋਲੀਟੀਕਲ ਪਾਰਟੀ ਉਹਨੂੰ ਡਿਪੋਜ਼ਿਟ ਕਰੂਗੀ SBI ਬੈਂਕ ਅਕਾਊਂਟ ਦੇ ਵਿੱਚ, ਠੀਕ ਹੈ। ਇਹਦੇ ਉੱਪਰ ਕੋਈ ਵੀ ਇੰਟਰਸਟ ਹੈ ਜਿਹੜਾ ਉਹ ਨਹੀਂ ਪੇ ਕੀਤਾ ਜਾਂਦਾ ਬੌਂਡ ਦੇ ਉੱਪਰ। ਓਕੇ, ਸੋ ਯਾਦ ਰੱਖਿਓ ਪੇਪਰ 'ਚ ਇੱਕ ਵਾਰ ਇਹ ਵੀ ਕੁਐਸਚਨ ਆਇਆ ਸੀ ਵੀ ਕਿਹੜਾ ਬੈਂਕ ਜਿਹੜਾ ਹੈ, ਠੀਕ ਹੈ, ਉਹ ਇਹਨੂੰ ਇਸ਼ੂ ਕਰਦਾ, ਸੋ SBI, ਠੀਕ ਹੈ, ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਫੈਕਟ। ਤੇ ਕਿਹੜੀ ਵੈਰਾਈਟੀਜ਼ ਹੈ ਇਹ ਵੀ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਸਟਾਕ ਐਕਸਚੇਂਜ। ਸ਼ੇਅਰ ਮਾਰਕੀਟ ਔਰ ਸਟਾਕ ਐਕਸਚੇਂਜ ਇੱਕ ਸਟਾਕ ਮਾਰਕੀਟ ਪਲੇਸ ਹੈ ਜਿਹੜੀ ਫੈਸਿਲੀਟੇਟ ਕਰਦੀ ਹੈ ਬਾਇੰਗ ਤੇ ਸੈਲਿੰਗ ਸਟਾਕਸ ਦੀ ਕੰਪਨੀ ਤੇ ਸ਼ੇਅਰ ਹੋਲਡਰਸ ਦੇ ਵਿੱਚ ਜਾਂ ਫਿਰ ਡਿਫਰੈਂਟ ਸ਼ੇਅਰ ਹੋਲਡਰਸ ਦੇ ਵਿੱਚ, ਠੀਕ ਹੈ। ਜਿਹੜੀ SEBI ਹੈ ਉਹਦੀ ਫੁੱਲ ਫਾਰਮ ਕੀ ਹੈ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਉਹ ਰੈਗੂਲੇਟਰ ਹੈ ਸਟਾਕ ਮਾਰਕੀਟ ਦੀ ਇੰਡੀਆ ਦੇ ਵਿੱਚ। ਸਟਾਕ ਐਕਸਚੇਂਜ ਆਲਸੋ ਹੈਵ देयर ਇਲੈਕਟ੍ਰੋਨਿਕ ਪਲੇਟਫਾਰਮ ਫॉर ਟ੍ਰੇਡਿੰਗ। ਸਟਾਕ ਐਕਸਚੇਂਜ ਦੇ ਇਲੈਕਟ੍ਰੋਨਿਕ ਪਲੇਟਫਾਰਮ ਵੀ ਹੁੰਦੇ ਆ ਟ੍ਰੇਡਿੰਗ ਦੇ ਲਈ। ਫॉर एग्जांपल ਜਿਵੇਂ ਬੋਲਟ ਹੈ BSE ਦਾ ऑनलाइन ट्रेडिंग सिस्टम, ते नीट है नैशनल एक्सचेंज फॉर ऑटोमेटेड ट्रेडिंग, ठीक है। ये इंटरनेट यूज करके तुम इन्हों चला सकते हो। वर्ल्ड्स ओल्डेस्ट केड़ा है, एम्स्टरडैम स्टॉक एक्सचेंज नीदरलैंड। दैन एशिया दा ओल्डेस्ट केड़ा, बॉम्बे स्टॉक एक्सचेंज। सेंसेक्स दी फुल फॉर्म क्या है, सेंसिटिविटी इंडेक्स, ये बेंचमार्क इंडेक्स है BSE दा। दैन NSE नैशनल स्टॉक एक्सचेंज इनू 1992 ਦੇ ਵਿੱਚ ਸੈਟਅਪ ਕੀਤਾ ਗਿਆ ਸੀ, ਹੈਡਕੁਆਟਰ ਕਿੱਥੇ ਹੈ, ਮੁੰਬਈ। ਨਿਫਟੀ ਨੈਸ਼ਨਲ 50 ਇਹਦੀ ਫੁੱਲ ਫਾਰਮ ਹੈ, ਇੱਕ ਬੈਂਚਮਾਰਕ ਇੰਡੈਕਸ ਹੈ NSE ਦਾ। ਨਿਫਟੀ ਦੇ ਵਿੱਚ 50 ਸਟਾਕਸ ਹੁੰਦੇ ਡਿਫਰੈਂਟ ਸੈਕਟਰ ਦੇ, ਜਿਵੇਂ IT, ਆਟੋਮੋਬਾਈਲ, ਸੀਮੈਂਟ, ਫਾਰਮਾ, ਦੈਨ ਇਲੈਕਟ੍ਰੋਨਿਕ ਗੁੱਡਸ, ਠੀਕ ਹੈ। ਇਹ ਲਾਰਜ ਵੈਲ ਐਸਟੈਬਲਿਸ਼ ਤੇ ਫਾਈਨੈਂਸ਼ੀਅਲੀ ਸਾਊਂਡ ਕੰਪਨੀਜ਼ ਹੁੰਦੀਆਂ ਨੇ ਮੇਨ ਸੈਕਟਰਸ ਤੋਂ। ਉਹ ਤੋਂ ਬਾਅਦ ਨੈਕਸਟ ਹੈ ਸਟਾਕ ਐਕਸਚੇਂਜ ਇੰਡੀਆ ਦੇ ਵਿੱਚ ਕਿਹੜੇ ਨੇ। ਦੇਖੋ ਬੰਬੇ ਸਟਾਕ ਐਕਸਚੇਂਜ ਜਿਹਨੂੰ ਆਪਾਂ BSE ਬੋਲਦੇ ਹਾਂ, ਨੈਸ਼ਨਲ ਸਟਾਕ ਐਕਸਚੇਂਜ ਜਿਹਨੂੰ ਆਪਾਂ NSE ਬੋਲਦੇ ਹਾਂ, यूनाइटेड स्टॉक एक्सचेंज USE बोलते हैं, MCX स्टॉक एक्सचेंज लिमिटेड MCX SX, दैन इंडिया इंटरनेशनल एक्सचेंज INX, सेंसिटिव इंडेक्स दैट इज सेंसेक्स, ये वेटेड होंगे एवरेज की फ्री फ्लोट मार्केट कैपिटलाइजेशन किन्नी कंपनीज दी 30, जिन्हों की BSE दे इंडेक्स सैल द्वारा सिलेक्ट किया जाता है। उस तो बाद नैक्सट अपने को सिक्योरिटी एंड एक्सचेंज बोर्ड ऑफ इंडिया दैट इज SEBI। हुण SEBI के बारे पढ़ते हैं, इनू कॉन्स्टिट्यूट किया गया सी एग्जीक्यूटिव ऑर्डर दे नाल 1988 दे विच एज एन इंटरिम एडमिनिस्ट्रेटिव बॉडी अंडर फाइनांस मिनिस्ट्री, ठीक है। 4 साल बाद दैट इज 1992 दे विच इनू सैचुटरी पावर्स दित्तियां गईयां SEBI नू। SEBI दी फुल फॉर्म याद रखियो कि सिक्योरिटी एंड एक्सचेंज बोर्ड ऑफ इंडिया, ठीक है। एक क्वाजी लैगिस्लेटिव, क्वाजी जुडिशियल ते क्वाजी एग्जीक्यूटिव बॉडी है, वेरी इंपॉर्टेंट फैक्ट, ठीक है। ड्राफ्ट कर सकते, रेगूलेशन कंडक्ट करते, इंक्वायरी पास करते, रूलिंग ते इंपोज करते पेनल्टीज। उस तो बाद फिर SEBI है जिहड़ा उन्हें इनिशिएट करता ऑर्डर सर्च, सीजर, अटैचमेंट ऑफ प्रॉपर्टीज, अरेस्ट ते डिटेंशन करना, ठीक है। हम SEBI दे बोर्ड च कौन हुंदा, चेयरमैन, एक ऑफिसर हुंदा RBI दा, 2 ऑफिसर हुंदा यूनियन गवर्नमेंट दे, ते 5
ਮੈਂਬਰਸ ਨੂੰ ਯੂਨੀਅਨ ਗਵਰਨਮੈਂਟ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ। ਚੇਅਰਮੈਨ 5 ਸਾਲ ਜਾਂ 65 ਈਅਰ ਤੱਕ ਰਹਿੰਦਾ ਹੈ ਤੇ ਰੀਅਪਾਇੰਟਮੈਂਟ ਹੋ ਸਕਦੀ ਹੈ। ਉਹ ਤੋਂ ਬਾਅਦ ਸਿਕਿਉਰਿਟੀਜ਼ ਐਪੀਲੀਏਟ ਟ੍ਰਿਬਿਊਨਲ ਸਟੈਟ ਹੈ ਜਿਹੜਾ ਉਹਨੂੰ ਕਨਸਟੀਟਿਊਟ ਕੀਤਾ ਜਾਂਦਾ ਪ੍ਰੋਟੈਕਟ ਕਰਨ ਦੇ ਲਈ ਇੰਟਰਸਟ ਐਂਟੀਟੀਜ਼ ਦਾ ਜਿਨ੍ਹਾਂ ਨੂੰ ਕੀ ਲੱਗਦਾ ਹੈ ਕਿ ਸੇਬੀ ਨੇ ਉਹਨਾਂ ਦੇ ਖਿਲਾਫ ਗਲਤ ਡਿਸੀਜਨ ਲਿੱਤਾ ਹੈ। ਠੀਕ ਹੈ, ਇਹਨੂੰ ਪਾਵਰ ਦਿੱਤੀਆਂ ਗਈਆਂ ਨੇ ਸਿਵਲ ਕੋਰਟ ਦੀਆਂ ਤੇ ਅਪੀਲ ਅਗੇਂਸਟ ਸੈਟ ਲਾਈਜ਼ ਇਨ ਸੁਪਰੀਮ ਕੋਰਟ ਤੇ ਸੈਟ ਦੇ ਖਿਲਾਫ ਅਗਰ ਤੁਸੀਂ ਅਪੀਲ ਲਗਾਉਣੀ ਹੈ ਤਾਂ ਸੁਪਰੀਮ ਕੋਰਟ 'ਚ ਜਾਣਾ ਪਊਗਾ ਤੁਹਾਨੂੰ। ਓਕੇ, ਸੋ ਦੈਟਸ ਆਲ ਫॉर ਟੂਡੇ। ਅੱਜ ਆਪਾਂ ਨੇ ਕਾਫੀ ਸਾਰੇ ਅਲੱਗ-ਅਲੱਗ ਟੌਪਿਕਸ ਪੜ੍ਹੇ ਇਕਨੋਮਿਕਸ ਦੇ ਨਾਲ ਰਿਲੇਟਿਡ। ਸੋ ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।